ਜੇ ਆਪਾਂ ਸਾਰੀ ਸਿਚੁਏਸ਼ਨ ਨੂੰ ਦੇਖੀਏ ਕਈ ਵਾਰ ਇਉਂ ਲੱਗਦਾ ਵੀ ਸਾਨੂੰ ਮਰਾਇਆ ਹੀ ਘਰਾਂ ਦੇ ਚੱਕਰ ਨੇ। ਬਾਕੀ ਚੀਜ਼ਾਂ ਸਭ ਠੀਕ ਚੱਲ ਰਹੀਆਂ ਨੇ ਔਰ ਕੰਟਰੋਲ 'ਚ ਨੇ ਜੀ, ਪਰ ਇਹ ਜਿਹੜੀ ਪ੍ਰੋਬਲਮ ਹੈ ਸਭ ਤੋਂ ਵੱਡੀ ਉਹ ਘਰਾਂ 'ਚੋਂ ਪੈਦਾ ਹੋਈ। ਜਿਹੜਾ ਅਸੀਂ ਪਾਗਲਾਂ ਦੀ ਤਰ੍ਹਾਂ ਰੀਅਲ ਸਟੇਟ ਦੇ ਪਿੱਛੇ ਪਏ ਨਾ। ਘਰ ਚਾਹੀਦਾ ਭਾਵੇਂ ਸਾਰੇ ਰੂਮਾਂ 'ਚ ਕਿਰਾਏਦਾਰ ਰੱਖੇ ਹੋਣ ਤੇ ਆਪ ਭਾਵੇਂ ਕਿਰਾਏਦਾਰਾਂ ਦੀ ਤਰ੍ਹਾਂ ਰਹਿ ਰਹੇ ਹੋਣ ਤੁਸੀਂ। that's not equality, ਹਾਂ। ਮਤਲਬ ਇਸ ਚੀਜ਼ ਨੂੰ ਜੇ ਅਸੀਂ ਲਾਈਫ ਦੀ ਪ੍ਰਾਪਤੀ ਸਮਝਦੇ ਹਾਂ ਤੇ ਫਿਰ ਕਾਹਦੀ ਲਾਈਫ ਹੈ ਨਾ। ਜਦੋਂ ਤੁਸੀਂ ਵੈਲਿਊ ਸਿਸਟਮ ਇਹੋ ਜਿਹਾ ਬਣਾ ਲਿਆ ਕਿ ਜੇ ਤੁਹਾਡੇ ਕੋਲ 3 ਘਰ ਨਹੀਂ ਹੈ ਜੀ ਤੇ ਤੁਸੀਂ ਸ਼ਾਇਦ ਤੁਹਾਡਾ ਧਰਤੀ ਤੇ ਆਉਣ ਦਾ ਕੋਈ ਫਾਇਦਾ ਹੀ ਨਹੀਂ ਹੈ ਨਾ। ਕੈਨੇਡਾ ਚ ਆਉਣ ਦਾ ਕੋਈ ਫਾਇਦਾ ਨਹੀਂ, ਕੈਨੇਡਾ ਚ ਆਉਣ ਦਾ ਕੋਈ ਫਾਇਦਾ ਨਹੀਂ ਹੈ। ਤੇ ਇਸੇ ਤਰ੍ਹਾਂ ਜਿਹੜਾ ਯੂਥ ਹੈ ਜਿਸ ਤਰ੍ਹਾਂ ਦਾ ਮਿਊਜ਼ਿਕ ਸੁਣ ਰਿਹਾ ਤੇ ਜੇ ਉਹਨਾਂ ਕੋਲ ਇਹ ਪੁੱਠੇ ਸਿੱਧੇ ਨਾਮਾਂ ਵਾਲੀ ਤਰ੍ਹਾਂ ਦੀਆਂ ਕਾਰਾਂ ਨਹੀਂ ਹੈ ਤੇ ਉਹਨਾਂ ਨੂੰ ਲੱਗਦਾ ਵੀ ਉਹ ਤੇ ਐਵੇਂ ਨੇ। ਸੋ ਜਦੋਂ ਤੁਸੀਂ ਇਦਾਂ ਦਾ ਵੈਲਿਊ ਸਿਸਟਮ ਕ੍ਰੀਏਟ ਕੀਤਾ ਉਹਨੇ ਵੀ ਪ੍ਰੈਸ਼ਰ ਕ੍ਰੀਏਟ ਕੀਤਾ ਇਨੋਸੈਂਟ ਲੋਕਾਂ ਤੇ। ਉਸ ਪ੍ਰੈਸ਼ਰ 'ਚ ਉਹ ਲੋਕ ਫਿਰ ਫਸ ਗਏ। 8:35 ਹੋ ਗਏ ਨੇ ਜੀ ਤੇ ਹੁਣ ਟਾਈਮ ਹੋ ਗਿਆ ਸਾਡਾ ਮਾਰਕੀਟ ਅਪਡੇਟ ਦਾ ਤੇ ਸਾਡੇ ਨਾਲ ਸੁਰਿੰਦਰਪਾਲ ਜੀ ਆ ਗਏ ਨੇ। ਸੁਰਿੰਦਰਪਾਲ ਜੀ ਕੀ ਹਾਲ ਚਾਲ ਨੇ ਤੁਹਾਡੇ? ਫਸਟ ਕਲਾਸ ਸ਼ਮੀਲ ਜੀ, ਆਪ ਜੀ ਨੂੰ ਵੀ ਔਰ ਰੈਡ FM ਦੇ ਸਾਰੇ ਹੀ ਸਰੋਤਿਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਅੱਜ ਵਿਮਨ ਡੇ, ਅੱਜ ਮਹਾਸ਼ਿਵਰਾਤਰੀ, ਅੱਜ ਬਹੁਤ ਕੁਝ ਮਹਾਸ਼ਿਵਰਾਤਰੀ ਆਲਸੋ ਸਰ, ਆਲ ਮਾਈ ਹਿੰਦੂ ਬ੍ਰਦਰਸ ਐਂਡ ਸਿਸਟਰਸ, ਹੈਪੀ ਮਹਾਸ਼ਿਵਰਾਤਰੀ ਐਂਡ all Canadians and all everyone happy International Women Day also sir। ਤੇ ਸ਼ੁਰੂ ਕਰਦੇ ਹਾਂ ਜੀ ਮਾਰਕੀਟ ਦੀ ਖਬਰ ਤੋਂ। ਮਾਰਕੀਟ ਸਰ ਹਮੇਸ਼ਾ ਦੀ ਤਰ੍ਹਾਂ ਹਮੇਸ਼ਾ ਹੀ ਤਰ੍ਹਾਂ ਸਰ ਅੱਛੇ ਦਿਨ ਆ ਗਏ ਆ। ਹਾਂ, ਇਹ ਤਾਂ ਇੰਡੀਆ 'ਚ ਤਾਂ ਇੱਕ ਨਾਰਾ ਹੀ ਹੁੰਦਾ ਸੀ, ਅੱਛੇ ਦਿਨ ਆਉਣੇ ਵਾਲੇ। ਅੱਛੇ ਦਿਨ ਜਿਨ੍ਹਾਂ ਲੋਕਾਂ ਨੇ ਸਟਾਕ ਮਾਰਕੀਟ 'ਚ ਖਾਸ ਤੌਰ 'ਤੇ ਟੈਕਨੋਲੋਜੀ ਔਰ ਟੈਕਨੋਲੋਜੀ ਦੇ ਅੰਦਰ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਹੋਈ ਉਹਨਾਂ ਦੇ ਉੱਤੇ ਜੇ ਬਹਾਰਾਂ ਆਈਆਂ ਹੋਈਆਂ ਇਸ ਟਾਈਮ। Look at the company like NVIDIA. NVIDIA is like, I think it will open up $952 per share. It's hardly 80% up है sir, और it's not far away to become in number 1 company capitalization in the world। ਜਿਹੜੀ ਕਿ ਐਪਲ ਨੂੰ ਵੀ ਪਿੱਛੇ ਛੱਡ ਦੇਗੀ। ਦੋ ਗੱਲਾਂ ਹੋਈਆਂ, ਇੱਕ ਐਪਲ ਖੁਦ ਆਪਣਾ ਸਥਾਨ ਥੱਲੇ ਨੂੰ ਆ ਰਿਹਾ ਕਿਉਂਕਿ ਐਪਲ ਦੀ ਉਹ ਸੇਲ, ਉਹ ਵਰਚਸਵ ਨਹੀਂ ਰਿਹਾ ਜੋ ਕਿਸੇ ਜ਼ਮਾਨੇ 'ਚ ਹੁੰਦਾ ਸੀਗਾ। ਔਰ ਦੂਸਰੇ ਪਾਸੇ ਚੂੰਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਔਰ AI ਦੇ ਜਿਹੜੇ ਚਿਪਸ ਬਣਾਉਂਦੀ ਹੈ ਕੰਪਨੀ, ਇਹਦਾ ਵਰਚਸਵ ਹੈ NVIDIA ਦਾ, ਇਸ ਕਰਕੇ ਵੀ ਹੈ। ਔਰ ਨਾਟ ਓਨਲੀ NVIDIA, S&P ਆਲਸੋ ਇਸ ਹਫਤੇ ਆਲ ਟਾਈਮ ਟੱਚ ਕੀਤਾ ਹੈ, ਨੈਸਡੈਕ ਆਲ ਟਾਈਮ ਟੱਚ ਕੀਤਾ ਹੈ, ਡਾਓ ਜੋਨਸ ਆਲ ਟਾਈਮ ਟੱਚ ਕੀਤਾ ਹੈ। ਈਵਨ ਟੋਰਾਂਟੋ ਸਟਾਕ ਇੰਡੈਕਸ ਇਜ਼ ਆਲਸੋ 22 ਮੰਥ ਹਾਈ ਬਿਕਾਜ਼ ਆਫ ਦੀ ਗੋਲਡ ਜਿਹੜਾ ਹੈ ਉਹ $2100 ਪਰ ਔਂਸ ਦੇ ਕਰੀਬ ਪਹੁੰਚ ਗਿਆ ਸ਼ਮੀਲ ਜੀ। ਅਗੇਨ ਇਸ ਆਲ ਟਾਈਮ ਹਾਈ। ਸੋ ਇਹ ਸਾਰੀ ਚੀਜ਼ਾਂ ਜੇ ਤੁਸੀਂ ਸਹੀ ਇਨਵੈਸਟਮੈਂਟ ਕੀਤੀ ਹੋਈ ਆ ਔਰ ਸਹੀ ਸੈਕਟਰ 'ਚ ਕੀਤੀ ਹੋਈ ਆ ਫਿਰ ਤੁਹਾਡੇ ਲਈ ਬਿਲਕੁਲ ਅੱਛੇ ਦਿਨ ਹੈਗੇ ਆ। ਪਰ ਇਹਦੇ ਨਾਲ ਹੀ ਇਹ ਵੀ ਦੱਸਦੀ ਹਾਂ ਵੀ ਥੋੜ੍ਹਾ ਜਿਹਾ ਕੌਸ਼ੀਅਸ ਅਪਰੋਚ ਹੋਣ ਦੀ ਵੀ ਲੋੜ ਹੈਗੀ ਆ। ਜਿਸ ਤਰ੍ਹਾਂ ਇਸ ਤਰ੍ਹਾਂ ਦੀ ਬਹਾਰਾਂ ਤੁਹਾਨੂੰ ਯਾਦ ਆ ਕੋਵਿਡ ਦੇ ਟਾਈਮ ਜਿਸ ਤਰ੍ਹਾਂ ਹਾਊਸ ਬਿਡਿੰਗ 'ਚ ਵੀ ਹੁੰਦੀ ਸੀਗੀ, ਉਹੀ ਮੈਂ .com ਬੂਮ ਵੀ ਦੇਖਿਆ ਹੈਗਾ, ਫਾਈਨੈਂਸ਼ੀਅਲ ਕ੍ਰਾਈਸਿਸ ਦਾ 2008 ਦੇ ਅੰਦਰ ਵੀ ਮੈਂ ਇਸ ਤਰ੍ਹਾਂ ਦੇਖਿਆ ਹੈਗਾ। ਸੋ ਇਹ ਚੀਜ਼ ਦਾ ਥੋੜ੍ਹਾ ਜਿਹਾ ਕੌਸ਼ੀਅਸ ਜ਼ਰੂਰ ਰਹੋ, but bet on a good companies, you will not lose money, or also have a diversified portfolio। Diversified ਕਹਿਣ ਤੋਂ ਭਾਵ ਮੇਰਾ ਇਹ ਨਹੀਂ ਹੈ ਕਿ ਇਕੱਲੇ ਕੈਨੇਡਾ ਔਰ ਅਮਰੀਕਾ ਦੇ ਅੰਦਰ, have a diversification globally also। ਕਿਉਂਕਿ ਤੁਸੀਂ ਦੇਖੋ ਚਾਈਨੀਜ਼ ਕੰਪਨੀ ਆਰ ਬੀਟਨ ਡਾਊਨ ਬਿਗ ਟਾਈਮ। ਤੁਸੀਂ ਇਹ ਦੇਖੋ ਵੀ ਚਾਈਨੀਜ਼ ਕੰਪਨੀ ਦੀ ਜਿਹੜੀ ਪ੍ਰੋਫਿਟ ਅਰਨਿੰਗ ਰੇਸ਼ੋ ਦੇਖੋਗੇ ਉਹ ਅਮਰੀਕਨ ਕੰਪਨੀਜ਼ ਤੋਂ ਬਹੁਤ ਜ਼ਿਆਦਾ ਲੋ ਹੈਗੀ ਆ। ਯਾਨੀ ਕਿ ਅਮਰੀਕਨ ਕੰਪਨੀਜ਼ ਦੀ ਜਿਹੜੀ ਉਹ ਕਹਿ ਲਓ ਕਿ ਵੈਲਿਊਏਸ਼ਨ ਹੈ ਉਹ ਬੜੀ ਹਾਈ ਹੈਗੀ ਹੈ। ਸੋ ਆਈ ਡੋਂਟ ਸੇ ਕਿ ਜਿਹੜੀਆਂ ਕਈ ਕੰਪਨੀਆਂ ਲਾਈਕ NVIDIA ਸਟਿਲ ਏ ਡਾਰਲਿੰਗ ਆਫ ਦ ਮਾਰਕੀਟ ਐਂਡ ਵਿਲ ਸਟੇ ਡਾਰਲਿੰਗ ਆਫ ਦ ਮਾਰਕੀਟ ਫॉर ਨੈਕਸਟ ਫਿਊ ਈਅਰਸ, ਜਦ ਤੱਕ ਕਿ ਇਹਦਾ ਕੋਈ ਤੋੜ ਜਾਂ ਦੂਸਰੀ ਕੰਪਨੀਆਂ ਨਹੀਂ ਆਉਂਦੀਆਂ। ਪਰ at the same time, do not say concentrated in one field only, have a diversified portfolio। ਜੇ ਤੁਸੀਂ ਦੂਸਰੀ ਇਕਨੋਮਿਕ ਨਿਊਜ਼ ਦੀ ਗੱਲ ਕਰੋ, ਇਸ ਹਫ਼ਤੇ ਤੁਹਾਨੂੰ ਪਤਾ ਸਾਡੇ ਬੈਂਕ ਆਫ ਕੈਨੇਡਾ ਤੇ ਮੈਕਾਲਮ ਸਾਹਿਬ ਦੀ ਮੀਟਿੰਗ ਸੀਗੀ, ਉਹਦੇ 'ਚ ਉਹਨਾਂ ਨੇ ਜਿਹੜਾ ਸਾਡਾ ਇੰਟਰਸਟ ਰੇਟ ਹੈ ਉਹ ਬਰਕਰਾਰ ਰੱਖਿਆ ਹੈਗਾ। ਹਾਲਾਂਕਿ ਬਹੁਤ ਸਾਰੇ ਮਤਲਬ ਇਹ 5ਵੀਂ ਵਾਰੀ ਹੈ, 5th ਟਾਈਮ ਹੈ ਸਟ੍ਰੇਟ ਜਦੋਂ ਕਿ ਉਹਨਾਂ ਨੇ ਇੰਟਰਸਟ ਰੇਟ ਬਰਕਰਾਰ ਰੱਖਿਆ ਹੈਗਾ। ਇਹਦੇ 'ਚ ਐਕਸਪੈਕਟਡ ਸੀ ਵੀ ਇੰਟਰਸਟ ਰੇਟ ਨਹੀਂ ਡਿੱਗੇਗਾ, ਲੇਕਿਨ ਕੁਛ ਲੋਕਾਂ ਦੀ ਐਕਸਪੈਕਟੇਸ਼ਨ ਸੀ ਵੀ ਅੱਗੇ ਆਉਣ ਵਾਲੇ ਟਾਈਮ 'ਚ ਕੀ ਰੁਝਾਨ ਰਹੇਗਾ ਉਹਦੇ ਬਾਰੇ ਕੋਈ ਸ਼ਾਇਦ ਇੰਡੀਕੇਸ਼ਨ ਬੈਂਕ ਆਫ ਕੈਨੇਡਾ ਦੇ ਗਵਰਨਰ ਦੇਣਗੇ। ਤੇ ਹੀ ਕੈਪਟ ਦ ਸੇਮ ਪੈਰਾਗ੍ਰਾਫ ਵਟ ਹੀ ਹੈਡ ਇਨ ਲਾਸਟ ਮੀਟਿੰਗ। ਤੇ ਉਹਨਾਂ ਨੇ ਕੁਛ ਵੀ ਇਹਦੇ 'ਚ ਅੰਦੇਸ਼ਾ ਨਹੀਂ ਦਿੱਤਾ ਕਿ ਅਪ੍ਰੈਲ ਦੀ ਮੀਟਿੰਗ ਦੇ ਅੰਦਰ ਉਹ ਇੰਟਰਸਟ ਡੇਗਣਗੇ ਜਾਂ ਨਹੀਂ ਡੇਗਣਗੇ। ਹਾਂ, ਇੱਕ ਉਹਨਾਂ ਦਾ ਇਹ ਕਹਿਣਾ ਜ਼ਰੂਰ ਹੈਗਾ ਕਿ we are moving in a right direction। ਔਰ ਇਨਫਲੇਸ਼ਨ ਜਿਹੜੀ ਕਿ 2.9% ਹੈਗੀ ਆ
ਉਹ ਮਤਲਬ ਹਲੇ ਵੀ ਬੈਂਕ ਆਫ ਕੈਨੇਡਾ ਦੇ ਟਾਰਗੇਟ 2% ਤੋਂ ਉੱਤੇ ਹੈ, ਲੇਕਿਨ ਦੇ ਆਰ ਮੂਵਿੰਗ ਇਨ ਰਾਈਟ ਡਾਇਰੈਕਸ਼ਨ। ਅਨਐਮਪਲੋਇਮੈਂਟ ਰੇਟ ਜਿਹੜੇ ਕਿ ਹੁਣੇ ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਆਈ ਜਸਟ ਹਰਡ ਦ ਹੈਡਲਾਈਨ ਨਿਊਜ਼ ਕਿ ਅਨਐਮਪਲੋਇਮੈਂਟ ਰੇਟ ਜਿਹੜਾ ਹੈ ਉਹ ਤੁਸੀਂ ਦੇਖੋ ਕਿ ਫॉर ਦੀ ਮੰਥ ਆਫ ਫੈਬਰੂਅਰੀ ਇਹ ਐਕਸਪੈਕਟ ਕਰ ਰਹੇ ਸੀ ਕਿ 20,000 ਜੌਬਸ ਗੇਨ ਹੋਣਗੀਆਂ, 40,000 ਜੌਬਸ ਗੇਨ ਹੋਈਆਂ ਸਰ। ਅਮਰੀਕਾ 'ਚ ਐਕਸਪੈਕਟੇਸ਼ਨ ਸੀ ਵੀ 2 ਲੱਖ ਜੌਬਸ ਗੇਨ ਹੋਣਗੀਆਂ, 2,70,000 ਜੌਬਸ ਗੇਨ ਹੋਈਆਂ। What it tells you the economic situation is very strong than what people were anticipating. So ਇਹਦਾ ਮਤਲਬ ਇਹ ਹੈ ਵੀ ਇੰਟਰਸਟ ਜਿਹੜਾ ਡੇਗਣ ਵਾਲਾ ਕੰਮ ਹੈ ਥੋੜਾ ਜਿਹਾ ਡਿਲੇ ਹੈਗਾ ਆ, ਨਾ ਨਹੀਂ ਹੈਗਾ, ਡਿਲੇ ਹੈਗਾ ਆ ਕਿ ਬਹੁਤ ਸਾਰੇ ਲੋਕਾਂ ਦੀ ਉਮੀਦ ਸਪ੍ਰਿੰਗ ਸੀਗੀ ਅਪ੍ਰੈਲ ਦੇ ਅੰਦਰ, ਮੈਨੂੰ ਨਹੀਂ ਲੱਗਦਾ ਸਰ, ਹੋ ਸਕਦਾ ਜੂਨ ਜਾਂ ਜੁਲਾਈ ਦੇ ਅੰਦਰ। ਮੋਰ ਦੈਨ 75% ਚਾਂਸਿਸ ਨੇ ਕਿ ਜੂਨ ਔਰ ਜੁਲਾਈ ਜਿਹੜਾ ਹੈ ਉਹ ਇੰਟਰਸਟ ਡੇਗਣੇ ਸ਼ੁਰੂ ਕਰਨਗੇ। ਔਰ ਇਸ ਗੱਲ ਦਾ ਕਹਿ ਲਓ ਕਿ ਇੰਡੀਕੇਸ਼ਨ ਕੱਲ੍ਹ ਜੇਰੋਮ ਪਾਵਲ ਜਿਹੜੇ ਫੈਡਰਲ ਰਿਜ਼ਰਵ ਚੇਅਰਪਰਸਨ ਹੈ ਉਹਨਾਂ ਦੀ 2 ਦਿਨ ਦੀ ਮੀਟਿੰਗ ਸੀਗੀ, ਉਹਦੇ 'ਚ ਵੀ ਉਹਨਾਂ ਨੇ ਕੱਲ੍ਹ ਕਿਹਾ ਹੈ ਕਿ ਵੀ ਆਰ ਨਾਟ ਫਾਰ ਅਵੇ ਫਰਮ ਰਿਡਿਊਸਿੰਗ ਇੰਟਰਸਟ ਰੇਟਸ ਐਂਡ ਹੀ ਇਜ਼ ਪ੍ਰੀਟੀ ਹੈਪੀ ਦ ਵੇ ਦੇਅਰ ਸਿਚੁਏਸ਼ਨ ਇਜ਼ ਗੋਇੰਗ, ਕਿਉਂਕਿ ਅਮਰੀਕਾ ਦੀ ਇਕਨੋਮਿਕ ਸਿਚੁਏਸ਼ਨ ਤੇ ਫਾਰ ਬੈਟਰ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਅਮਰੀਕਾ ਦੀ ਕੰਪਨੀਆਂ ਦੇ ਅੰਦਰ ਬਾਹਰਾਂ ਆਈਆਂ ਹੋਈਆਂ, ਅਮਰੀਕਨ ਕੰਜ਼ਿਊਮਰ ਇਜ਼ ਅ ਕਿੰਗ, ਸਟਰੋਂਗ ਸਪੈਂਡਿੰਗ ਹੈਗੀ ਹੈ ਅਮਰੀਕਨ ਕੰਜ਼ਿਊਮਰ ਵੱਲੋਂ। ਉਸੇ ਪਾਸੇ ਤੁਸੀਂ ਕੈਨੇਡੀਅਨ ਕੰਜ਼ਿਊਮਰ ਦੀ ਜੇ ਸਪੈਂਡਿੰਗ ਦੇਖੋਗੇ ਤੇ ਇਹ ਜੇ ਐਕੋਫਿਕਸ ਕੈਨੇਡਾ ਦੀ ਇਸ ਹਫ਼ਤੇ ਰਿਪੋਰਟ ਸੀਗੀ ਸ਼ਮੀਲ ਜੀ ਕਿ ਡਿਲਿਕੁਐਂਸੀਜ਼ ਜਿਹੜੀਆਂ ਨੇ ਉਹ ਵਧ ਰਹੀਆਂ ਨੇ, ਔਰ ਖਾਸ ਤੌਰ 'ਤੇ ਮੌਰਗੇਜ ਦਾ ਬੋਝ ਜਿਹੜਾ ਹੈ 4th ਕੁਆਰਟਰ ਦੇ ਅੰਦਰ ਇਹ CMHC ਦੇ ਨੰਬਰਸ ਹੈਗੇ ਨੇ ਕਿ ਇੱਕ ਐਵਰੇਜ ਪਰਸਨ ਦੀ ਜਿਹੜੀ ਮੌਰਗੇਜ ਹੈ ਉਹ ਓਵਰਆਲ ਕੈਨੇਡਾ $450 ਮੰਥਲੀ ਵਧੀ ਹੈ ਜੀ, ਸਿਰਫ 4th ਕੁਆਰਟਰ। ਜੇ ਆਪਾਂ ਸਾਰੀ ਸਿਚੁਏਸ਼ਨ ਨੂੰ ਦੇਖੀਏ ਕਈ ਵਾਰ ਇਉਂ ਲੱਗਦਾ ਵੀ ਸਾਨੂੰ ਮਰਾਇਆ ਹੀ ਘਰਾਂ ਦੇ ਚੱਕਰ ਨੇ, ਬਾਕੀ ਚੀਜ਼ਾਂ ਸਭ ਠੀਕ ਚੱਲ ਰਹੀਆਂ ਨੇ ਔਰ ਕੰਟਰੋਲ 'ਚ ਨੇ ਜੀ, ਪਰ ਇਹ ਜਿਹੜੀ ਪ੍ਰੋਬਲਮ ਹੈ ਸਭ ਤੋਂ ਵੱਡੀ ਉਹ ਘਰਾਂ 'ਚੋਂ ਪੈਦਾ ਹੋਈ, ਜਿਹੜਾ ਅਸੀਂ ਪਾਗਲਾਂ ਦੀ ਤਰ੍ਹਾਂ ਰੀਅਲ ਸਟੇਟ ਦੇ ਪਿੱਛੇ ਪਏ ਨਾ। ਯੈਸ, ਉਹ ਹੁਣ ਵੀ ਹੈਗੇ ਸਰ, ਉਹ ਇਹ ਹਲੇ ਵੀ ਤੁਸੀਂ ਕਹਿ ਲਓ ਨਾ ਵੀ ਲੋਕ ਜੇ ਹਟ ਜਾਣਗੇ, ਲੋਕ ਹਟਦੇ ਨਹੀਂ ਸਰ, ਲੋਕ ਵੇਟ ਕਰ ਰਹੇ ਆ ਕਿ ਵੈਨ ਦ ਬੈਂਕ ਆਫ ਕੈਨੇਡਾ ਗਿਵਸ ਇੰਡੀਕੇਸ਼ਨ ਦੇ ਆਪਣੀ ਤਬਾਹੀ ਆਪ ਲਿਖੀ ਹੋਈ ਹੈ। ਹਾਂ ਸਰ, ਸਾਡੇ ਦੇਖੋ ਸਰ, ਤੁਸੀਂ ਦੇਖੋਗੇ ਇੰਡੀਆ 'ਚ ਵੀ ਸੀਗਾ ਬਈ 2 ਹੀ ਚੀਜ਼ਾਂ ਜੋ ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਗੋਲਡ ਐਂਡ ਜ਼ਮੀਨਾਂ ਲੈਣੀਆਂ। ਇਸ ਤੋਂ ਇਲਾਵਾ ਜ਼ਿੰਦਗੀ ਕਿਸ ਤਰ੍ਹਾਂ ਚੰਗੀ ਤਰ੍ਹਾਂ ਜੀਣੀ ਹੈ, ਉਹ ਕੁਆਲਿਟੀ ਆਫ ਲਾਈਫ ਉਹ ਡਿਫਰੈਂਟ, ਸਾਡੇ ਜਿਹੜੇ ਮਾਇਨੇ ਨੇ ਉਹ ਡਿਫਰੈਂਟ ਹੈਗੇ ਨੇ। ਇਸੇ ਤਰੀਕੇ ਨਾਲ ਇੱਥੇ ਜੇ ਇਨਵੈਸਟਮੈਂਟ ਘਰ ਚਾਹੀਦਾ ਭਾਵੇਂ ਸਾਰੇ ਰੂਮਾਂ 'ਚ ਕਿਰਾਏਦਾਰ ਰੱਖੇ ਹੋਣ ਤੇ ਆਪ ਭਾਵੇਂ ਕਿਰਾਏਦਾਰਾਂ ਦੀ ਤਰ੍ਹਾਂ ਰਹਿ ਰਹੇ ਹੋਣ ਤੁਸੀਂ, ਦੈਟਸ ਨਾਟ ਇਕੁਐਲਿਟੀ। ਹਾਂ, ਮਤਲਬ ਇਸ ਚੀਜ਼ ਨੂੰ ਜੇ ਅਸੀਂ ਲਾਈਫ ਦੀ ਪ੍ਰਾਪਤੀ ਸਮਝਦੇ ਹਾਂ ਤੇ ਫਿਰ ਕਾਹਦੀ ਲਾਈਫ ਹੈ। ਪਰ ਇਸ ਤਰ੍ਹਾਂ ਦੇ ਲੋਕ ਵੀ ਸ਼ਮੀਲ ਜੀ ਮੈਂ ਸਮਝਦਾ ਥੋੜ੍ਹੇ ਹੋਣਗੇ, ਉਹ ਲੋਕ ਜਿਹੜੇ ਤੁਸੀਂ ਕਰ ਰਹੇ ਆ ਵੀ ਜਿਹੜੇ ਆਪ ਆਪਣੇ ਪ੍ਰੋਬਲਮ ਤਾਂ ਉਹਨਾਂ ਲਈ ਕ੍ਰੀਏਟ ਹੋਈ ਨਾ, ਹਾਂ, ਜਿਹੜੇ ਉਸ ਤੋਂ ਬਾਹਰ ਨੇ ਤੁਹਾਡੇ ਲਈ ਥੋੜਾ ਪ੍ਰੋਬਲਮ ਹੈ। ਯਾਰ ਮਤਲਬ ਠੀਕ ਹੈ ਸਰ, ਯੂ ਹੈਵ ਟੂ ਲਿਵ ਵਿਦ ਇਨ ਯੋਰ ਓਨ ਮੀਨਸ, ਨੰਬਰ 1। ਨੰਬਰ 2 ਕਿ ਇਨਵੈਸਟਮੈਂਟ ਕਰੋ, ਲੇਕਿਨ ਇਨਵੈਸਟਮੈਂਟ ਨੂੰ ਇਨਵੈਸਟਮੈਂਟ ਦੀ ਤਰ੍ਹਾਂ ਕਰੋ। ਜੇ ਤੁਸੀਂ ਕੋਈ ਘਰ ਇਨਵੈਸਟਮੈਂਟ ਬਾਈ ਕੀਤੀ, ਇਨਵੈਸਟਮੈਂਟ ਪ੍ਰੋਪਰਟੀ, ਹੈਵ ਏ ਟਾਈਮ ਹੋਰਾਈਜ਼ਨ 3 to 5 year or 10 years, not just flipping the houses ਵੀ। ਔਰ ਇਹ ਵੀ ਨਹੀਂ ਹੈਗਾ ਕਿ ਲਾਈਨੋ ਕ੍ਰੈਡਿਟ 'ਤੇ ਪੈਸੇ ਚੱਕ ਕੇ, ਹੋਮ ਐਕੁਇਟੀ ਲਾਈਨੋ ਕ੍ਰੈਡਿਟ 'ਤੇ ਪੈਸੇ ਚੱਕ ਕੇ, ਜਾਂ ਤੁਹਾਨੂੰ ਸੀਬਾ ਲੋਨ 'ਤੇ ਪੈਸੇ ਮਿਲੇ ਸੀਗੇ, ਜਾਂ ਹੋਰ ਇੱਧਰ ਉੱਧਰ ਪੈਸੇ ਚੱਕ ਕੇ ਉਧਾਰੇ ਤਾਂ ਤੁਸੀਂ ਘਰ ਬੁਕਿੰਗ ਕਰ ਰਹੇ ਹੋ। ਦੈਟ ਇਜ਼ ਐਬਸੋਲੂਟਲੀ ਰੋਂਗ। ਔਰ ਜਿਸ ਤਰ੍ਹਾਂ ਕਿ ਮੈਂ ਸਮਝਦਾ ਇਹਦੇ ਅੰਦਰ ਰੀਅਲ ਸਟੇਟ ਸੈਕਟਰ ਨੂੰ ਵੀ, ਜਿਸ ਤਰ੍ਹਾਂ ਸਾਡੇ ਫਾਈਨੈਂਸ਼ੀਅਲ ਸੈਕਟਰ ਦੇ ਅੰਦਰ KYC ਅਸੀਂ ਕਰਦੇ ਹਾਂ, ਨੋ ਯੋਰ ਕਲਾਇੰਟ। ਅਸੀਂ ਕੁਐਸਚਨਸ ਪੁੱਛਦੇ ਹਾਂ ਕਿਸੇ ਬੰਦੇ ਨੂੰ, ਤੁਸੀਂ ਮੇਰੇ ਕੋਲ ਆਉਂਦੇ ਆ ਜੀ, ਮੇਰੇ ਕੋਲ $10 ਇਨਵੈਸਟਮੈਂਟ ਕਰਨੇ ਆ, ਆਈ ਵਿਲ ਆਸਕ ਯੂ ਕਿ ਤੁਹਾਡਾ ਟਾਈਮ ਹੋਰਾਈਜ਼ਨ ਕਿੰਨਾ ਹੈ, 5 ਸਾਲ ਹੈ, 10 ਸਾਲ ਹੈ? ਤੁਸੀਂ ਕਹਿੰਦੇ ਜੀ ਮੇਰੇ ਕੋਲ 2 ਸਾਲ ਹੈ, ਦੈਨ ਆਈ ਸਜੈਸਟ ਯੂ ਡੂ ਨਾਟ ਇਨਵੈਸਟ ਇਨ ਦ ਮਾਰਕੀਟ, ਦੈਨ ਬੈਟਰ ਪੁੱਟ ਇਨ ਅ ਸੇਵਿੰਗ ਔਰ GICs। ਕਿਉਂਕਿ ਇਹ ਜੇ ਕੱਲ੍ਹ ਨੂੰ ਮੈਂ ਇਸ ਚੀਜ਼ ਦਾ ਆਨਸਰੇਬਲ ਹੈਗਾ ਆ, ਕਿਉਂਕਿ ਜੇ ਤੁਸੀਂ ਕੱਲ੍ਹ ਨੂੰ ਕਹਿੰਦੇ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ 2 ਸਾਲ ਲਈ ਪੈਸੇ ਇਨਵੈਸਟਮੈਂਟ ਕਰਨੇ ਔਰ ਤੁਹਾਡੇ ਪੈਸੇ ਥੱਲੇ ਚਲੇ ਜਾਂਦੇ, ਦੈਨ ਆਈ ਐਮ ਰਿਸਪਾਂਸਿਬਲ। ਦੈਨ ਇਹਦੇ 'ਚ ਜਿਹੜਾ FSRA ਹੈ, ਜਿਹੜੀ ਰੈਗੂਲੇਟਰੀ ਬਾਡੀਜ਼ ਨੇ, ਉਹ ਮੇਰੇ 'ਤੇ ਐਕਸ਼ਨ ਲੈਣਗੀਆਂ। ਇਸ ਤਰ੍ਹਾਂ ਹੀ ਮੈਂ ਸਮਝਦਾ ਵੀ ਜੇ ਰੀਅਲ ਸਟੇਟ ਦੇ ਅੰਦਰ ਇਨਵੈਸਟਰਸ ਹੈਗੇ ਨੇ, ਦੈਨ ਰੀਅਲ ਸਟੇਟ ਇਨਵੈਸਟਰਸ ਸ਼ੁੱਡ ਹੈਵ ਏ ਟਰੈਕ ਰੈਕਡ ਆਲਸੋ। ਉਹਨਾਂ ਦੇ ਕੁਐਸਚਨ ਪੁੱਛ ਕੇ ਔਰ ਉਹਦੇ 'ਚ ਉਹ ਹੀ ਹੈਜ਼ ਟੂ ਫਾਈਲ ਵਿਦਿਨ ਦੀ ਰੈਗੂਲੇਟਰੀ ਬਾਡੀ ਕਿ ਬੰਦਾ ਮੇਰੇ ਕੋਲ ਆਇਆ ਸੀ ਵੀ ਇਹ ਬੰਦੇ ਨੇ ਕਿਹਾ ਵੀ ਮੈਂ 10 ਸਾਲ ਘਰ ਵੇਚਣਾ ਨਹੀਂ ਹੈ, ਇੰਨਾ ਇਹਦੇ ਕੋਲ ਕੈਸ਼ ਫਲੋ ਹੈਗਾ, ਇੰਨੀ ਇਹਦੇ ਕੋਲ ਐਸੈਟਸ ਨੇ, ਇੰਨੀ ਇਹਦੇ ਕੋਲ ਲਾਇਬਿਲਿਟੀ ਹੈ। ਜੇ ਇਸ ਤਰ੍ਹਾਂ ਕਰਨ ਤੇ ਮੈਨੂੰ ਨਹੀਂ ਲੱਗਦਾ ਸਰ ਕਿ ਰੀਅਲ ਸਟੇਟ ਵਾਲਾ ਵੀ ਗਲਤ ਐਡਵਾਈਸ ਦੇਗਾ ਔਰ ਜਿਹੜਾ ਬੰਦਾ ਲੈ ਰਿਹਾ ਹੈ ਉਹ ਵੀ ਕੋਈ ਗਲਤ ਡਿਸੀਜਨ ਲਏਗਾ। ਤੇ ਜੇ ਇਹਨਾਂ ਨੂੰ ਵੀ ਆਪਾਂ ਸਮਝਣਾ ਹੋਏ ਤਾਂ ਮੇਰਾ ਖਿਆਲ ਹੈ ਜਿਹੜਾ ਸਾਡਾ ਵੈਲਿਊ ਸਿਸਟਮ ਹੈ ਜੀ, ਉਹਨੇ ਵੀ ਪ੍ਰੋਬਲਮ ਕ੍ਰੀਏਟ ਕੀਤੀ ਨਾ। ਜਦੋਂ ਤੁਸੀਂ ਵੈਲਿਊ ਸਿਸਟਮ ਇਹੋ ਜਿਹਾ ਬਣਾ ਲਿਆ ਕਿ ਜੇ ਤੁਹਾਡੇ ਕੋਲ 3 ਘਰ ਨਹੀਂ ਹੈ ਜੀ ਤੇ ਤੁਸੀਂ ਸ਼ਾਇਦ
ਤੁਹਾਡਾ ਧਰਤੀ ਤੇ ਆਉਣ ਦਾ ਕੋਈ ਫਾਇਦਾ ਹੀ ਨਹੀਂ ਹੈ ਹਨਾ। ਕੈਨੇਡਾ 'ਚ ਆਉਣ ਦਾ ਕੋਈ ਫਾਇਦਾ ਨਹੀਂ, ਕੈਨੇਡਾ 'ਚ ਆਉਣ ਦਾ ਕੋਈ ਫਾਇਦਾ ਨਹੀਂ ਹੈ। ਤੇ ਇਸੇ ਤਰ੍ਹਾਂ ਜਿਹੜਾ ਯੂਥ ਹੈ ਜਿਸ ਤਰ੍ਹਾਂ ਦਾ ਮਿਊਜ਼ਿਕ ਸੁਣ ਰਿਹਾ, ਤੇ ਜੇ ਉਹਨਾਂ ਕੋਲ ਇਹ ਪੁੱਠੇ ਸਿੱਧੇ ਨਾਮਾਂ ਵਾਲੀ ਤਰ੍ਹਾਂ ਦੀਆਂ ਕਾਰਾਂ ਨਹੀਂ ਹੈ ਤੇ ਉਹਨਾਂ ਨੂੰ ਲੱਗਦਾ ਵੀ ਉਹ ਤੇ ਐਵੇਂ ਨੇ। ਸੋ ਜਦੋਂ ਤੁਸੀਂ ਇਦਾਂ ਦਾ ਵੈਲਿਊ ਸਿਸਟਮ ਕ੍ਰੀਏਟ ਕੀਤਾ, ਉਹਨੇ ਵੀ ਪ੍ਰੈਸ਼ਰ ਕ੍ਰੀਏਟ ਕੀਤਾ ਇਨੋਸੈਂਟ ਲੋਕਾਂ ਤੇ। ਉਸ ਪ੍ਰੈਸ਼ਰ 'ਚ ਉਹ ਲੋਕ ਫਿਰ ਫਸ ਗਏ। ਹਾਂ, ਫਸ ਜਾਂਦੇ ਸਰ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇੱਕ ਪੰਜਾਬੀ ਮਿਊਜ਼ਿਕ ਜਿਹੜਾ ਹੈ, ਇਹਦੇ 'ਚ ਹੀ ਮੈਂ ਸਮਝਦਾ ਜੀ ਇਹ ਬਹੁਤ ਵੱਡੀ ਦੇਣ ਪੰਜਾਬ 'ਚ ਵੀ ਹੈ ਜਿਹੜਾ ਯੂਥ ਨੂੰ ਖਰਾਬ ਕਰਨ 'ਚ, ਔਰ ਇੱਥੇ ਵੀ ਹੋਏਗੀ ਜਿਹੜਾ ਨੈਚੁਰਲੀ ਜਿਹੜਾ ਬੰਦਾ ਟਿਊਨ ਇਨ ਟੂ ਪੰਜਾਬੀ ਮਿਊਜ਼ਿਕ ਹੈਗਾ ਆ। ਔਰ ਇਹ ਨਹੀਂ ਕਹਿੰਦਾ ਕਿ ਸਾਰੇ ਮਾੜੇ ਹੈ, ਦੇਰ ਆਰ ਫਿਊ ਪੀਪਲ ਲਾਈਕ ਆਈ ਲਿਸਨ ਟੂ ਸਰਤਾਜ, ਉਹ ਇਜ਼ ਅੱਛਾ ਮਿਊਜ਼ਿਕ ਵੀ ਹੈਗਾ ਆ। ਪਰ ਹੁਣ ਜੇ ਤੁਸੀਂ ਆਪਣੇ ਹੀਰੋਜ਼ ਹੀ ਸਰ go back to I hesitate to go back to the politics in the back, ਤੇ ਤੁਹਾਡਾ ਚੀਫ ਮਿਨਿਸਟਰ ਹੀ ਤੁਹਾਡਾ ਉਹ ਕਿਸ ਖੇਤਰ ਤੋਂ ਆਉਂਦਾ ਹੈ, ਕਿਸ what is his education, what is his qualification, ਬਈ ਉਹ ਤੁਹਾਡੇ ਹੀਰੋ ਨੇ, ਚਾਹੇ ਕੋਈ ਵੀ ਹੋਏ। ਹੋਰ ਕਈ ਇਹੋ ਜਿਹੇ ਹੈਗੇ ਨੇ, ਉਹ ਤੁਹਾਡੇ ਜੇ ਹੀਰੋਜ਼ ਨੇ, ਤੇ ਫਿਰ ਤੁਸੀਂ ਉਹਨਾਂ ਤੋਂ ਕੀ ਐਕਸਪੈਕਟ ਕਰਦੇ ਹੈ? ਮਤਲਬ ਤੁਹਾਡਾ ਜੇ ਇੰਟਲੈਕਚੁਅਲ ਜਿਹੜਾ ਹੈ ਉਹ ਤੇ ਮਤਲਬ ਉੱਥੇ ਪਤਾ ਨਹੀਂ ਕਿੱਥੇ ਪਿੱਛੇ ਛਿਪਿਆ ਹੋਇਆ ਹੈ, ਜਾਂ ਉਹ ਸਾਹਮਣੇ ਨਹੀਂ ਆਉਂਦੇ, ਜਾਂ ਉਹਨਾਂ ਨੂੰ ਸਾਹਮਣੇ ਆਉਣ ਨਹੀਂ ਦਿੱਤਾ ਜਾਂਦਾ। ਤਾਂ ਇਹੀ ਚੀਜ਼ ਖੈਰ ਇਸ ਕੰਟਰੀ 'ਚ ਚੰਗੀ ਗੱਲ ਹੈ ਸਰ ਕਿ ਇਹ ਚੀਜ਼ ਉਹ ਉਹਨਾਂ ਚੀਜ਼ਾਂ 'ਤੇ ਇੰਨੀ ਹਾਵੀ ਨਹੀਂ ਹੈਗੀ ਆ। ਦੈਟਸ ਵਾਈ ਵੀ ਲਿਵ ਇਨ ਦਿਸ ਕੰਟਰੀ। ਔਰ ਇਸ ਕੰਟਰੀ ਨੂੰ ਸਾਨੂੰ ਐਜ਼ ਕਮਿਊਨਿਟੀ ਵੀ ਇਹਦੇ 'ਚੋਂ ਨਿਕਲਣਾ ਪਏਗਾ, ਅਦਰਵਾਈਜ਼ ਤੇ ਫਿਰ ਬਹੁਤ ਨੁਕਸਾਨ ਹੋਏਗਾ। ਆਲਰੇਡੀ ਹੋ ਰਿਹਾ ਬਹੁਤ। ਔਰ ਕਮਿਊਨਿਟੀ ਦੇ ਲੀਡਰਸ ਨੂੰ ਅੱਗੇ ਆਉਣਾ ਪੈਣਾ ਸਰ। ਕਮਿਊਨਿਟੀ ਦੇ ਲੀਡਰਸ ਜਿਹੜੇ ਹੈ, ਇਟਸ ਨਾਟ ਜਸਟ ਜਿਹਨੂੰ ਕਹਿੰਦੇ ਨਾ ਕਿ ਉਹ ਵੋਟਾਂ ਲਈ ਤੁਸੀਂ ਜਿੱਤਣਾ ਆ। ਮੈਂ ਜੀ ਜਿਹੋ ਜਿਹੀ ਕਮਿਊਨਿਟੀ ਉਹੋ ਜਿਹੇ ਲੀਡਰ ਚੁਣਦੀ ਆ। ਅੱਜ ਕੱਲ੍ਹ ਲੀਡਰ ਵੀ ਇਹੋ ਜਿਹੇ ਨੇ, ਉਹਨਾਂ ਨੇ ਸਾਨੂੰ ਕੀ ਰਾਹ ਦਿਖਾਉਣਾ ਉਹ ਤੇ ਆਪ ਉਲਝੇ ਹੋਏ ਨੇ। ਤੇ ਖੈਰ ਆਪਾਂ ਆਪਣੇ ਵਾਪਸ ਆਉਂਦੇ ਹਾਂ ਜਿਹੜੇ ਮਾਰਕੀਟ ਬਾਰੇ। ਪਿਛਲੇ ਦਿਨਾਂ 'ਚ ਬਿਟਕੋਇਨ ਬਾਰੇ ਵੀ ਆਇਆ ਕਿ ਫਿਰ ਬਿਟਕੋਇਨ ਇਜ਼ ਆਲ ਟਾਈਮ ਹਾਈ ਸਰ। ਬਿਟਕੋਇਨ ਬਹੁਤ ਸਾਰੇ ਮਿਲੇਨੀਅਲਸ ਇਹਦੇ ਅੰਦਰ ਜਿੱਦਾਂ ਕਹਿੰਦੇ ਨਾ ਵੀ ਉਹ ਇਸ ਗੱਡੀ 'ਤੇ ਸਵਾਰ ਨੇ ਔਰ ਇਸ ਚੀਜ਼ ਦਾ ਲਾਹਾ ਲੈ ਰਹੇ ਨੇ। ਇਜ਼ ਟਚਡ ਆਲਮੋਸਟ $69,000 ਔਰ ਕਈ ਮੈਂ ਪ੍ਰੋਜੈਕਸ਼ਨ ਰਿਪੋਰਟ ਪੜ੍ਹੀ ਹੈ, ਦੇ ਇਟ ਮੇ ਟਚ ਈਵਨ $98,000। ਪਰ ਅਗੇਨ ਆਈ ਐਮ ਨਾਟ ਅ ਬਿਗ ਪ੍ਰੋਪੇਗੇਟਰ ਆਫ this Bitcoin or any cryptocurrencies. But again, those people who believe in, I salute them. Or I have no knowledge about Bitcoin. So ਕਈ ਲੋਕੀ ਮੈਨੂੰ ਪੁੱਛਦੇ ਵੀ ਹੈ ਜੀ ਮੈਂ ਬਿਟਕੋਇਨ ਲੈ ਲਾਂ, ਉਹਨੇ ਇੰਨੇ ਦਾ ਲਿਆ ਸੀ, ਉਹਦੇ ਇੰਨੇ ਪੈਸੇ ਬਣ ਗਏ। ਔਰ ਕੱਲ੍ਹ ਮੈਨੂੰ ਇੱਕ ਬੰਦੇ ਦਾ ਫੋਨ ਵੀ ਆਇਆ ਜੀ ਕਿ ਜੀ ਮੈਂ $1 million ਜਿਹੜਾ ਹੈ ਇਸ ਟਾਈਮ ਲਾਸ 'ਚ ਹੈਗਾ ਆ। ਕੋਈ ਉਹਦੇ ਅੰਦਰ ਪਤਾ ਨਹੀਂ ਕੋਈ ਇੰਗਲੈਂਡ ਦੀ ਕੰਪਨੀ ਸੀਗੀ, ਉਹ ਬੰਦੇ ਨੂੰ ਵਿਚਾਰੇ ਨੂੰ ਫਸਾ ਲਿਆ ਇੱਦਾਂ। And I don't know how he got inculcated, or he's deep in the debt crisis now. Or ਇਸ ਤਰ੍ਹਾਂ ਦੀ ਵੀ ਕਈ ਚੀਜ਼ਾਂ ਹੁੰਦੀਆਂ। So be cautious. ਦੇਖੋ, I always like to invest with it. Transparency ਹੋਵੇ। Number one, transparency is the main important thing. Second is the liquidity. Liquidity means ਵੀ ਮੈਂ ਕੋਈ ਜੇ ਇਨਵੈਸਟਮੈਂਟ ਕੀਤੀ ਹੈ, ਬਹੁਤ ਸਾਰੇ ਲੋਕਾਂ ਨੇ ਇੱਥੇ ਤੁਹਾਨੂੰ ਯਾਦ ਹੋਏਗਾ ਲੈਂਡ ਡਿਵੈਲਪਮੈਂਟ ਬੈਂਕਸ ਹੁੰਦੇ ਸੀਗੇ, ਉਹਦੇ 'ਚ ਵੀ ਇਨਵੈਸਟਮੈਂਟ ਕੀਤੀ, ਬਹੁਤ ਵਿਚਾਰੇ ਉਹਨਾਂ ਨੇ ਪੈਸੇ ਖੋਏ ਆ ਕਿ ਜੀ ਆਹ ਲੈਂਡ ਡਿਵੈਲਪਮੈਂਟ ਬੈਂਕ ਹੈ ਜੀ, ਇਹ 'ਚ ਤੁਸੀਂ ਇਨਵੈਸਟਮੈਂਟ ਕਰ ਲਓ, ਤੁਹਾਨੂੰ ਅਸੀਂ 10% ਦਿਆਂਗੇ, 15% ਦਿਆਂਗੇ। ਬਾਅਦ 'ਚੋਂ ਕੰਪਨੀਆਂ ਬੈਂਕਰਪਟ ਹੋ ਗਈਆਂ ਔਰ ਤੁਹਾਨੂੰ ਜਿਹੜਾ ਪਤਾ ਲੱਗਾ ਵੀ ਤੁਸੀਂ ਉਹ ਵੇਚ ਵੀ ਨਹੀਂ ਸਕਦੇ ਕਿਉਂਕਿ 100 ਬੰਦਿਆਂ ਨੇ ਇਕੱਠਾ ਇੱਕ ਜ਼ਮੀਨ ਖਰੀਦੀ ਹੋਈ ਹੈ ਔਰ ਤੁਹਾਡੇ ਕੋਲ 1% ਹਿੱਸਾ ਹੈਗਾ, ਅਤੇ ਉਹ ਬਾਕੀ 99 'ਚੋਂ ਹੀ ਤੁਹਾਡਾ ਸ਼ੇਅਰ ਬਾਏ ਕਰਨਗੇ। ਦੂਸਰਾ ਕੋਈ ਨਵਾਂ ਲੈਣ ਨੂੰ ਰੈਡੀ ਨਹੀਂ ਹੈਗਾ। ਔਰ ਕੋਈ ਤੁਸੀਂ ਟ੍ਰੇਡ ਕਿੱਥੇ ਕਰੋਗੇ? ਜਿਸ ਤਰ੍ਹਾਂ ਟ੍ਰੇਡ ਹੁਣ ਤੁਸੀਂ ਜਾਓ, ਚਾਹੇ TSX ਹੈ, ਚਾਹੇ ਡਾਓ ਜੋਨਸ ਹੈ, ਯੂ ਕੈਨ ਟ੍ਰੇਡ ਰਾਈਟ ਅਵੇ, ਬਟਨ ਦਬਾਇਆ ਤੁਹਾਡਾ ਸ਼ੇਅਰ ਵਿਕ ਗਿਆ, ਵਟ ਐਵਰ ਪ੍ਰਾਈਸ ਯੂ ਵਾਂਟ ਟੂ ਸੈਲ ਇਟ। ਲੇਕਿਨ ਇਸ ਤਰ੍ਹਾਂ ਦੀ ਤੁਹਾਡੀ ਜਿਹੜੀ ਲਿਕੁਇਡਿਟੀ ਵੀ ਹੋਣੀ ਚਾਹੀਦੀ ਹੈ, ਫਿਰ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਫਿਰ ਟਰੈਕ ਰਿਕਾਰਡ ਹੋਣਾ ਚਾਹੀਦਾ ਆ, ਫਿਰ ਤੁਹਾਨੂੰ ਜਿਹੜਾ ਹੈ ਉਹਦੀ ਮਾਰਕੀਟ ਦੀ ਕੈਪੀਟਲਾਈਜੇਸ਼ਨ ਪਤਾ ਹੋਣੀ ਚਾਹੀਦੀ ਹੈ, ਪ੍ਰੋਫਿਟ ਅਰਨਿੰਗ ਰੇਸ਼ੋ ਕਿੰਨਾ ਹੈ, ਆਪਰੇਟਿੰਗ ਮਾਰਜਨ ਕਿੰਨਾ ਹੈ, ਉਸ ਕੰਪਨੀ ਦੇ ਅੰਦਰ ਜਿਹੜਾ ਖਰਚੇ ਕਿੰਨੇ ਹੈ, ਕੰਪਨੀ ਕੋਲ ਡੈਟਸ ਕਿੰਨੇ ਹੈ, ਇਹ ਸਾਰੀ ਚੀਜ਼ਾਂ ਪਤਾ ਹੋਣੀ ਚਾਹੀਦੀਆਂ। ਦੈਨ ਯੂ ਸ਼ੁੱਡ ਇਨਵੈਸਟ। ਅੱਛਾ, ਅਮਨ ਪੁੱਛ ਰਹੇ ਨੇ ਜੀ ਕਿ ਸਟਾਕ ਪਰਸਨਲ ਜਾਂ ਕਾਰਪੋਰੇਸ਼ਨ ਅਕਾਊਂਟ 'ਤੇ ਬਾਏ ਕਰਨੇ ਚਾਹੀਦੇ ਨੇ? ਦੇਖੋ ਸਰ, ਜੇ ਤੁਹਾਡੇ ਕੋਲ ਪਰਸਨਲ ਅਕਾਊਂਟਸ ਪੈਸੇ ਹੈਗੇ, ਡੈਫੀਨਿਟਲੀ ਇਨਵੈਸਟ ਇਨ ਅ ਪਰਸਨਲ ਅਕਾਊਂਟ। ਜੇ ਤੁਹਾਡੇ ਕੋਲ ਕਾਰਪੋਰੇਸ਼ਨ ਹੈ, ਜਿਸ ਤਰ੍ਹਾਂ ਮੇਰੀ ਆਪਣੀ ਕਾਰਪੋਰੇਸ਼ਨ ਹੈ ਔਰ ਕਾਰਪੋਰੇਸ਼ਨ ਦੇ ਅੰਦਰ ਮੇਰੀ ਰਿਟੇਨ ਅਰਨਿੰਗਸ ਪਈ ਆ, ਯੂ ਕੈਨ ਇਨਵੈਸਟ ਦੀ ਰਿਟੇਨ ਅਰਨਿੰਗਸ ਇਨ ਦੀ ਕਾਰਪੋਰੇਸ਼ਨ ਦੇ ਅੰਦਰ ਵੀ ਤੁਸੀਂ ਉਹ ਇਨਵੈਸਟਮੈਂਟ ਕਰ ਸਕਦੇ ਆ। ਸੋ ਪਰ ਇਹ ਨਹੀਂ ਕਰ ਸਕਦੇ ਕਿ ਤੁਸੀਂ ਕਾਰਪੋਰੇਸ਼ਨ ਦੇ ਪੈਸੇ ਕਢਾ ਕੇ ਉਹ ਪਰਸਨਲ ਅਕਾਊਂਟ 'ਚ ਪਾ ਦਿਓ, ਦੈਨ ਇਟ ਬਿਕਮਸ ਯੋਰ ਇਨਕਮ। ਸੋ ਯੂ ਹੈਵ ਟੂ ਕੀਪ ਦੋਜ਼ ਟੂ ਅਕਾਊਂਟ ਸੈਪਰੇਟਲੀ ਸਰ। ਅੱਛਾ, ਇੱਕ ਇਹ ਨਵਜੀਤ ਕਹਿ ਰਹੇ ਨੇ, ਕਿਉਂਕਿ ਜਦੋਂ ਆਪਾਂ ਰੀਅਲ ਸਟੇਟ ਦੀ ਗੱਲ ਕਰਦੇ ਹਾਂ, ਹਾਊਸਿੰਗ ਦੀ, ਕਿ GTA ਦੀ ਜਿਹੜੀ ਸਿਚੁਏਸ਼ਨ ਹੈ ਅਤੇ ਓਵਰਆਲ ਕੰਟਰੀ ਦੀ ਜੀ,
ਕਿ ਜੇ ਉਹਨੂੰ ਜੇ ਕੰਪੇਅਰ ਕਰੀਏ ਤਾਂ ਕਿਉਂਕਿ ਕਈਆਂ ਦਾ ਇਹ ਮੰਨਣਾ ਕਿ ਇਹ ਪ੍ਰੋਬਲਮ ਜ਼ਿਆਦਾ ਇੱਥੇ ਹੀ ਹੈ GTA 'ਚ ਹੈ, ਪਰ ਅਸਰ ਤੇ ਸਾਰੇ ਪਾਸੇ ਮੇਰੇ ਖਿਆਲ ਥੋੜ੍ਹਾ ਬਹੁਤ ਅਸਰ ਸਾਰੇ ਪਾਸੇ ਸਰ ਤੁਹਾਨੂੰ ਦੱਸਿਆ ਵੀ $450 ਮੌਰਗੇਜ ਵਧੀ ਹੈ ਫੋਰਥ ਕੁਆਰਟਰ ਦੇ ਅੰਦਰ, ਲੇਕਿਨ ਟੋਰਾਂਟੋ ਐਂਡ ਵੈਨਕੂਵਰ 'ਚ $600 ਮੰਥਲੀ ਵਧੀ ਹੈ ਸਰ। ਬਾਕੀ ਕੈਨੇਡਾ $450 ਮੰਥਲੀ ਵਧੀ ਹੈ, ਲੇਕਿਨ ਟੋਰਾਂਟੋ ਐਂਡ ਵੈਨਕੂਵਰ 'ਚ $600 ਜਿਹੜੀ ਹੈ ਪਰ ਮੰਥ ਇਹ ਮੌਰਗੇਜ ਵਧੀ ਹੈ। ਔਰ ਜੇ ਤੁਸੀਂ ਦੇਖੋਗੇ ਡੈਲੀਕੁਐਂਸੀਜ਼ ਜਿਹੜੀਆਂ ਨੇ ਉਹ ਵੀ ਟੋਰਾਂਟੋ ਔਰ ਵੈਨਕੂਵਰ 'ਚ ਜ਼ਿਆਦਾ ਨੇ ਕੰਪੇਅਰਡ ਟੂ ਐਨੀ ਅਦਰ ਸਿਟੀਜ਼। ਔਰ ਸੇਮ ਟਾਈਮ ਜੇ ਤੁਸੀਂ ਦੇਖੋਗੇ ਟੋਰਾਂਟੋ ਔਰ ਵੈਨਕੂਵਰ 'ਚ ਜਿਹੜੇ ਪ੍ਰਾਈਸਿਸ ਨੇ ਉਹ ਫਿਰ ਵੀ ਬੈਟਰ ਹੈਗੇ ਨੇ ਕੰਪੇਅਰਡ ਟੂ ਦੀ ਰੈਸਟ ਆਫ ਦੀ ਫਿਊ ਸਿਟੀਜ਼। ਔਰ ਟੋਰਾਂਟੋ 'ਚ ਵੀ ਕੁਛ ਇੱਕ ਸਿਟੀਜ਼ ਇਹੋ ਜਿਹੇ ਹੈਗੇ ਨੇ ਮਤਲਬ GTA ਦੇ ਅੰਦਰ ਜਿੱਥੇ ਕਿ ਕਹਿ ਲਓ 40% ਪ੍ਰਾਈਸ ਡਿੱਗੇ ਨੇ, ਲੇਕਿਨ ਟੋਰਾਂਟੋ ਦੇ ਅੰਦਰ ਤੁਸੀਂ ਦੇਖੋਗੇ ਕਿ 20% ਪ੍ਰਾਈਸਿਸ ਜਿਹੜੇ ਨੇ ਉਹ ਇੱਕ ਸਾਲ 'ਚ ਡਿੱਗੇ ਨੇ, ਲੇਕਿਨ ਨਾਓ ਇਟ ਹੈਜ਼ ਪਿਕਡ ਅਪ ਫॉर ਲਾਸਟ ਫਿਊ ਮੰਥਸ ਸਰ। ਅੱਛਾ, ਰਿਜ਼ਵਾਨ ਪੁੱਛ ਰਹੇ ਨੇ ਕਿ ਐਪ ਜਾਂ ਸਾਈਟ ਕੋਈ ਸਟਾਕ ਬਾਏ ਕਰਨ ਲਈ ਕੋਈ ਰਿਕਮੈਂਡ ਕਰਦੇ ਹੋ ਤੁਸੀਂ? Sir, this is not you can go to an app and buy those stocks. ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸਰ, it is acquiring a knowledge. ਜਿਸ ਤਰ੍ਹਾਂ ਤੁਸੀਂ ਕੋਈ ਜੇ ਕਾਰ ਚਲਾਉਣੀ ਹੈ ਤੁਸੀਂ ਬੈਟਰ ਇੱਕ ਪ੍ਰੋਪਰ ਤੁਸੀਂ ਪ੍ਰੋਫੈਸ਼ਨਲ ਟ੍ਰੇਨਿੰਗ ਲੈਂਦੇ ਹੈ, ਤੁਸੀਂ ਫਿਰ ਕਿਸੇ ਦੇ ਨਾਲ ਬੈਠ ਕੇ ਕਾਰ ਚਲਾਉਂਦੇ ਹੈ, ਤੁਸੀਂ ਫਿਰ ਉਸ ਤੋਂ ਬਾਅਦ ਆਪਣਾ ਡਰਾਈਵਰ ਲਾਇਸੈਂਸ ਲੈਂਦੇ ਹੈ, ਦੈਨ ਯੂ ਡਰਾਈਵ ਦਾ ਕਾਰ। ਸਿਮਿਲਰਲੀ ਸਰ ਤੁਸੀਂ ਜਦੋਂ ਕੋਈ ਇਨਵੈਸਟਮੈਂਟ ਕਰਨੀ ਹੈ there is no such thing, ਬਹੁਤ ਸਾਰੀ ਐਪਸ ਇਸ ਤਰ੍ਹਾਂ YouTube ਤੇ ਲੋਕ ਦੇਖ ਕੇ ਸਰ ਇਨਵੈਸਟਮੈਂਟ ਕਰਨੀਆਂ ਸ਼ੁਰੂ ਕਰ ਦਿੰਦੇ ਹੈ, then they burn their fingers. It is better always to go with your any financial advisor. ਔਰ ਜੇ ਤੁਸੀਂ ਸ਼ੁਰੂਆਤ ਕਰਨੀ ਹੈ don't start with the stocks, start with the mutual funds ਜਾਂ index linked funds or ETFs. ETFs are exchange traded funds ਜਿਹਦੇ 'ਚ ਕਿ MER ਬਹੁਤ ਘੱਟ ਹੁੰਦੀ ਹੈ, ਲੇਕਿਨ ਉਹਦੇ ਲਈ ਵੀ ਤੁਹਾਨੂੰ ਥੋੜ੍ਹੀ ਬਹੁਤ ਗਾਈਡੈਂਸ ਚਾਹੀਦੀ ਹੈਗੀ ਆ, ਕਿਉਂਕਿ ਤੁਹਾਡੇ ਕੋਲ ਕਿਹੜੀ ETF ਲੈਣੀ ਹੈ, ਕਦੋਂ ਲੈਣੀ ਹੈ, ਕਦੋਂ ਵੇਚਣੀ ਹੈ, ਉਹ ਇਹ ਸਾਰੀ ਚੀਜ਼ਾਂ ਜਦੋਂ ਤੁਹਾਨੂੰ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਬੈਠ ਕੇ ਉਹ ਬੈਟਰ ਗਾਈਡ ਕਰ ਸਕਦਾ। ਬੈਟਰ ਹਾਂ ਜੇ ਤੁਹਾਨੂੰ ਨੌਲੇਜ ਹੈਗੀ ਦੈਨ ਯੂ ਗੋ ਫॉर ਇਟ। ਬਟ ਜੇ ਤੁਸੀਂ ਕਹੋ ਵੀ ਮੈਂ ਤੁਹਾਨੂੰ ਮਤਲਬ 15 ਮਿੰਟ ਦੇ ਅੰਦਰ ਜਾਂ ਅੱਧੇ ਘੰਟੇ ਜਾਂ ਘੰਟੇ ਦੇ ਅੰਦਰ ਮੈਂ ਤੁਹਾਨੂੰ ਇੰਨੀ ਨੌਲੇਜ ਦੇ ਦਿਆਂਗਾ ਕਿ ਤੁਸੀਂ ਬਸ ਜੀ $1000 ਲਗਾਏ ਤਾਂ ਤੁਹਾਡੇ ਸਾਲ ਦੇ 10,000 ਹੋ ਜਾਣਗੇ, ਫॉरगेट इट। ਐਸੀ ਕੋਈ ਚੀਜ਼ ਨਹੀਂ ਹੋਣੀ। ਔਰ ਨਾ ਹੀ ਕੋਈ ਡੇ ਟ੍ਰੇਡਿੰਗ 'ਚ ਪੈਸੇ ਬਣਦੇ ਆ, ਨਾ ਹੀ ਕਰੰਸੀ ਐਕਸਚੇਂਜ ਬਣਦੇ ਆ। ਬਹੁਤ ਸਾਰੀ ਦੁਨੀਆ ਇਹਦੇ ਅੰਦਰ ਥ੍ਰਿਲ ਬਹੁਤ ਜ਼ਿਆਦਾ ਹੁੰਦੀ ਹੈ, ਜਿਵੇਂ ਕੋਈ ਤੁਸੀਂ ਅੱਜ ਤੁਹਾਨੂੰ ਦੱਸਿਆ ਵੀ NVIDIA ਨਹੀਂ, ਜਿਵੇਂ ਹੁੰਦੀਆਂ ਨਾ ਇਹ ਮਲਟੀ ਲੈਵਲ ਮਾਰਕੀਟਿੰਗ ਵਾਲੀਆਂ ਕੰਪਨੀਜ਼, ਉਹਨਾਂ 'ਚ ਕੁਛ ਲੋਕ ਨੇ ਪੈਸੇ ਬਣਾਏ, ਉਹ ਜਿਹੜੇ ਉਸ ਚੱਕਰ ਦੇ ਵਿੱਚ ਹਜ਼ਾਰਾਂ ਮਤਲਬ ਜੇ ਮੰਨ ਲਿਆ 10 ਨੇ ਬਣਾਏ ਨੇ ਤੇ 200 ਨੇ ਆਪਣੇ ਆਪ ਨੂੰ ਖਰਾਬ ਕਰ ਲਿਆ। 10 ਦੇ ਪਿੱਛੇ ਸਰ 10,000 ਬੰਦੇ ਖਰਾਬ ਹੁੰਦੇ ਆ। ਉਹ ਸਿਰਫ ਤੁਹਾਨੂੰ 10 ਨਜ਼ਰ ਆਉਂਦੇ ਆ, ਲੇਕਿਨ ਜਿਹੜੇ 10,000 ਬੰਦੇ ਖਰਾਬ ਹੋਏ ਆ ਉਹ ਤੁਹਾਨੂੰ ਨਜ਼ਰ ਨਹੀਂ ਆਉਂਦੇ। ਉਹਨਾਂ ਦੀ ਤੁਹਾਨੂੰ ਉਹ ਫੇਲੀਅਰ ਸਟੋਰੀਜ਼ ਕੋਈ ਪਬਲਿਸ਼ ਨਹੀਂ ਕਰਦਾ ਹੈਗਾ। ਔਰ ਉਹੀ 10 ਬੰਦੇ ਨੂੰ ਦਿਖਾ ਕੇ ਇੱਕ ਕਹਾਵਤ ਨਹੀਂ ਹੈ ਕਿ ਉਹ ਬੇਗਾਨੇ ਕੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ, ਉਹੀ 10 ਬੰਦੇ ਤੁਹਾਨੂੰ ਦਿਖਾ ਕੇ ਜਿਹੜਾ ਹੈ ਉਹ ਤੁਹਾਨੂੰ ਖੁਸ਼ ਕਰਦੇ ਆ, ਮੋਟੀਵੇਟ ਕਰਦੇ ਆ। ਅਲਟੀਮੇਟਲੀ ਦੋਜ਼ ਆਰ ਦ 10 ਪੀਪਲ ਹੂ ਸਟਾਰਟਡ ਦਿਸ ਥਿੰਗ ਫਸਟ। ਇਟਸ ਲਾਈਕ ਅ ਪਿਰਾਮਿਡ, ਠੀਕ ਹੈ। ਔਰ ਠੀਕ ਹੈ, ਹਰ ਫਿਲਾਸਫੀ ਹੁੰਦੀ ਹੈ, ਕਈ ਲੋਕਾਂ ਦੀ ਹੈਗੀ ਮਲਟੀ ਲੈਵਲ ਮਾਰਕੀਟਿੰਗ, ਦੇ ਮੇ ਹੈਵ ਬੀਨ ਸਕਸੈਸਫੁਲ, ਬਟ ਆਈ ਅਗੇਨ ਸੇਮ ਟਾਈਮ ਡੂ ਨਾਟ ਬਿਲੀਵ ਇਨ ਸਾਰੇ ਨਹੀਂ ਉਸ ਚੱਕਰ 'ਚ। ਮਤਲਬ ਇਹ ਉੱਦਾਂ ਦੀ ਗੱਲ ਹੈ, ਕਿਸੇ ਵੀ ਸੈਕਟਰ 'ਚ ਕੁਛ ਤਾਂ ਕਾਮਯਾਬ ਹੁੰਦੇ ਨੇ ਲੋਕ, ਜੀ, ਪਰ ਉਸ ਦੇਖਾ ਦੇਖੀ 'ਚ ਫਿਰ ਸਾਰੇ ਹੀ ਉਸ ਚੱਕਰ 'ਚ ਫਸ ਜਾਂਦੇ ਨੇ। ਦੀ ਸਾਡੇ ਲਿਸਨਰ ਨੇ ਇਹ ਕਿ ਇਹਨਾਂ ਨੇ ਸਟਾਕ ਮਾਰਕੀਟ ਦੀ ਕੰਪੈਰੀਜ਼ਨ ਕੀਤਾ ਆਲੂਆਂ ਦੀ ਖੇਤੀ ਨਾਲ। ਪੰਜਾਬ 'ਚ ਆਲੂਆਂ ਦੀ ਖੇਤੀ ਹੁੰਦੀ ਸੀ ਨਾ, ਜੀ ਮੈਨੂੰ ਯਾਦ। ਇੱਕ ਸਾਲ ਆਲੂ ਮਹਿੰਗੇ ਵਿਕੇ ਤੇ ਸਾਰੇ ਪੰਜਾਬ ਨੇ ਆਲੂ ਬੀਜਤੇ ਅਗਲੇ ਸਾਲ ਫਿਰ ਉਹ ਸੁੱਟਣੇ ਪਏ ਸਾਰਿਆਂ ਨੂੰ। ਨਹੀਂ, ਸੁੱਟਣੇ ਵੀ ਪਏ ਕਿ ਉਹ ਠੀਕਰੀ ਪੈਰੇ ਲੱਗਦੇ ਸੀ ਵੀ ਕੋਈ ਆਲੂ ਮੇਰੇ ਖੇਤ 'ਚ ਆਪਣੇ ਸੁੱਟ ਨਾ ਜਾਏ। ਇਸ ਤਰ੍ਹਾਂ ਦਾ ਵੀ ਟਾਈਮ ਹੁੰਦਾ ਸੀ ਵੀ ਉਹ ਠੀਕਰੀ ਪਹਿਰਾ ਲੱਗਦਾ ਸੀ ਵੀ ਮੇਰੇ ਖੇਤਾਂ 'ਚ ਕੋਈ ਸ਼ਮੀਲ ਜੀ ਆਪਣਾ ਆਲੂ ਨਾ ਸੁੱਟ ਜਾਵੇ, ਕਿਉਂਕਿ ਬੋਰੀ ਖਾਲੀ ਜਿਹੜੀ ਹੈ ਉਹ ਮਹਿੰਗੀ ਸੀਗੀ ਤੇ ਆਲੂ ਦੀ ਭਰੀ ਹੋਈ ਸਸਤੀ ਸੀ। ਸੋ ਇਸ ਤਰ੍ਹਾਂ ਇਹ ਸਟਾਕ ਮਾਰਕੀਟ 'ਚ ਵੀ ਜਾਂ ਕਿਸੇ ਵੀ ਮਾਰਕੀਟ 'ਚ ਹੋ ਸਕਦਾ। ਕਿਸੇ ਵੀ ਮਾਰਕੀਟ ਸਰ ਲੈ ਲਓ, ਇਹ ਘਰਾਂ 'ਚ ਵੀ ਆਲੂਆਂ ਵਾਲਾ ਕੰਮ ਹੀ ਹੋਇਆ ਘਰਾਂ ਦਾ। ਯੈਸ, ਐਬਸੋਲੂਟਲੀ। ਇਹ ਮੈਨੂੰ ਦੱਸਿਆ ਸਰ ਇੱਕ ਕਹਾਵਤ ਹੈ, ਉਹ ਬਾਬਾ ਜੇਲ ਮੇਂ ਜਾਂ ਰੇਲ ਮੇਂ। ਲੋਕ ਸੋਚਦੇ ਵੀ ਲਾ ਦਿਓ ਜੀ, ਕੋਈ ਮਤਲਬ ਲਾ ਦਿਓ ਇਸ ਤਰ੍ਹਾਂ ਸਮਝਦੇ ਵੀ ਸੱਟੇਬਾਜ਼ੀ ਹੈ। ਇਹ ਸੱਟੇਬਾਜ਼ੀ ਨਹੀਂ ਹੈ ਸਰ, ਇਸੇ ਪਰਫੈਕਟ ਇਨਵੈਸਟਮੈਂਟ ਵਾਹੀਕਲ। ਔਰ ਜੇ ਤੁਸੀਂ ਦੇਖੋਗੇ ਕਿ ਇੱਥੇ ਉਹ ਇੰਡੀਆ ਵਰਿਆ ਜਾਂ ਕਿਸੇ ਹੋਰ ਮਤਲਬ ਐਮਰਜਿੰਗ ਮਾਰਕੀਟ ਵਾਲਾ ਇਸ ਤਰ੍ਹਾਂ ਨਹੀਂ ਹੈ। ਯੂ ਆਰ ਵੈਲ ਪ੍ਰੋਟੈਕਟਡ ਹੀਅਰ ਆਲਸੋ, ਬਟ ਯੂ ਹੈਵ ਟੂ ਗੋ ਵਿਦ ਇਨ ਦੈਟ ਮਾਰਕੀਟ ਡੋਮੇਨ। ਔਰ ਉਹ ਗਾਈਡਲਾਈਨਸ ਦੇ ਅੰਦਰ ਤੁਸੀਂ ਇਨਵੈਸਟਮੈਂਟ ਕਰੋਗੇ ਤਾਂ ਕਦੀ ਲੂਜ਼ ਨਹੀਂ ਕਰੋਗੇ ਸਰ। ਅੱਛਾ, ਇੱਕ ਬੜਾ ਇੰਪੋਰਟੈਂਟ ਸਵਾਲ ਹੈ ਇਹ, ਤੁਸੀਂ ਵੀ ਕਹਿੰਦੇ ਹੋ, ਹੋਰ ਵੀ ਕਹਿੰਦੇ ਨੇ ਜੀ ਸਾਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਚਾਹੀਦਾ ਜੀ।
ਪਰ ਹੁਣ ਹਰੇਕ ਆਮ ਬੰਦੇ ਦੇ ਮਨ 'ਚ ਹੁੰਦਾ ਵੀ ਮੈਂ ਤਾਂ ਮਸਾਂ ਆਪਣਾ ਗੁਜ਼ਾਰਾ ਕਰਦਾ ਤੇ ਕੀ ਮੈਂ ਫਾਈਨੈਂਸ਼ੀਅਲ ਐਡਵਾਈਜ਼ਰ ਦੀਆਂ ਸਰਵਿਸਿਜ਼ ਲੈ ਸਕਦਾ, ਕਿਉਂਕਿ ਇਹ ਤਾਂ ਸਿਰਫ ਅਮੀਰ ਬੰਦਿਆਂ ਵਾਸਤੇ ਨੇ। ਨਹੀਂ ਐਸੀ ਗੱਲ ਨਹੀਂ ਸਰ। ਫਾਈਨੈਂਸ਼ੀਅਲ ਐਡਵਾਈਜ਼ਰ ਸਰ ਦੇਖੋ, ਮੈਂ ਮੰਨਦਾ ਹਾਂ ਕਿ ਬੈਂਕਸ ਦੇ ਅੰਦਰ ਦੇ ਗਿਵ ਯੂ ਉਹਨਾਂ ਦਾ ਵੈਲਥ ਡਿਪਾਰਟਮੈਂਟ ਅਲੱਗ ਹੈ, ਦੇ ਗਿਵ ਯੂ ਅ ਡੈਡੀਕੇਟਡ ਫਾਈਨੈਂਸ਼ੀਅਲ ਐਡਵਾਈਜ਼ਰ ਇਫ ਯੂ ਹੈਵ ਮੋਰ ਦੈਨ $1 million ਪੋਰਟਫੋਲੀਓ। ਲੇਕਿਨ ਮੈਂ ਸਮਝਦਾ ਸਾਡੀ ਕਮਿਊਨਿਟੀ 'ਚ ਬਹੁਤ ਸਾਰੇ ਐਡਵਾਈਜ਼ਰ ਐਸੇ ਵੀ ਨੇ who will work with the smaller clients. ਮੈਂ ਤੁਹਾਨੂੰ ਦੱਸ ਦਿੰਦਾ ਸਰ, I've started working with the people who started investing with $25 per month. $25 per month ਪਾਏ ਔਰ they are millionaires today also. I can show you those examples. ਪਰ ਹੈਗੇ ਇਸ ਤਰ੍ਹਾਂ ਦੇ ਲੋਕ ਵੀ। ਔਰ ਇਹਦੇ ਅੰਦਰ ਸਰ ਫਾਈਨੈਂਸ਼ੀਅਲ ਐਡਵਾਈਜ਼ਰ ਤੁਸੀਂ ਬੈਂਕ ਕੋਲ ਵੀ ਜਾ ਸਕਦੇ ਹੈ, ਯੂ ਕੈਨ ਗੋ ਟੂ ਇੰਡੀਪੈਂਡੈਂਟ ਐਡਵਾਈਜ਼ਰ ਆਲਸੋ, ਬਟ ਮਸਟ ਟਾਕ ਟੂ them ਫਸਟ what is their track record, ਕਿ ਉਹ ਤੁਹਾਡੇ ਪੋਰਟਫੋਲੀਓ ਨੂੰ ਕਿਸ ਤਰ੍ਹਾਂ ਮੋਨੀਟਰ ਕਰੇਗਾ, ਕਿਸ ਤਰ੍ਹਾਂ ਵਾਚ ਕਰੇਗਾ, ਨੰਬਰ 1। ਨੰਬਰ 2, ਉਹਦੀ ਫੀਸ ਕਿੰਨੀ ਕੁ ਹੋਏਗੀ, ਔਰ ਜਾਂ ਤੁਹਾਨੂੰ ਕੋਈ ਬਾਈਂਡਿੰਗ ਚਾਰजेस ਤਾਂ ਨਹੀਂ ਹੈ। ਕਿੰਨੀ ਫੀਸ ਹੁੰਦੀ ਹੈ ਇਹ ਪੁੱਛ ਰਹੇ ਸੀ ਕੋਈ? Yes, there are, sir, there are two ways that the financial advisor work. One is the fee-based, one is a no-fee-based. Fee-based ਹੈਗਾ, ਤੁਸੀਂ ਮੰਨ ਲਓ ਮੇਰੀ ਸਰਵਿਸਿਜ਼ ਹਾਇਰ ਕਰਦੇ ਆ, let's say I will charge you $300 per hour, ਠੀਕ ਹੈ, fee-based ਹੁੰਦੇ ਆ। No fee-based ਜਿਹੜੇ ਹੈ, how they make money, ਉਹ ਜਿਸ ਤਰ੍ਹਾਂ ਤੁਹਾਨੂੰ ਉਹਨੇ ਤੁਸੀਂ ਆਏ, ਉਹਨੇ ਤੁਹਾਨੂੰ ਐਡਵਾਈਸ ਦਿੱਤੀ ਆ, he or she gets paid a trailer commission based on your portfolio. ਪਰ ਉਹਨਾਂ ਦਾ ਰੁਝਾਨ ਇਹ ਹੋਏਗਾ ਕਿ ਤੁਹਾਨੂੰ ਕੁਛ ਨਾ ਕੁਛ ਉਹ ਵੇਚਣ ਦੀ ਜ਼ਰੂਰ ਕੋਸ਼ਿਸ਼ ਕਰਨਗੇ। ਨਹੀਂ, he will ਇਸ ਤਰ੍ਹਾਂ ਹੈ, he will give you advice. ਜਿਵੇਂ ਤੁਸੀਂ ਆਏ, ਤੁਸੀਂ ਕਿਹਾ ਜੀ ਮੈਂ $10,000 ਇਨਵੈਸਟਮੈਂਟ ਕਰਨੇ ਆ, ਉਹਨੇ ਕਿਹਾ ਜੀ ਇਹ $10,000 ਤੁਹਾਡੇ 5-7 ਜਗ੍ਹਾ ਹੈਗੀਆਂ ਨੇ, ਆਹ ਪੋਰਟਫੋਲੀਓ ਹੈ, ਇਹਨੂੰ ਸੋਚ ਲਓ, ਤੁਸੀਂ ਇਨਵੈਸਟਮੈਂਟ ਕਰਨਾ ਦੱਸ ਦੇਣਾ। ਤੁਸੀਂ ਇਨਵੈਸਟਮੈਂਟ ਕਰਨੀ ਹੈ, ਵੈਦਰ ਯੂ ਗੋ ਵਿਦ A ਬੈਂਕ ਔਰ B ਬੈਂਕ ਔਰ C ਮਿਊਚੁਅਲ ਫੰਡ ਕੰਪਨੀ। ਮੈਂ ਸੋਚਦਾ ਵੀ ਸਾਨੂੰ ਇੱਕ ਇਹੋ ਜਿਹਾ ਸੈਗਮੈਂਟ ਸ਼ੁਰੂ ਕਰਨਾ ਚਾਹੀਦਾ ਜਿੱਥੇ ਉਹ ਲੋਕ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਹਾਇਰ ਕਰਨਾ ਨਹੀਂ ਅਫੋਰਡ ਕਰ ਸਕਦੇ, ਪਰ ਉਹਨਾਂ ਨੂੰ ਫਾਈਨੈਂਸ਼ੀਅਲ ਐਡਵਾਈਸ ਚਾਹੀਦੀ ਹੈ, ਉਹ ਰੇਡੀਓ ਤੋਂ ਲੈ ਸਕਣ। ਸਰ ਰੇਡੀਓ ਤੋਂ ਇਟਸ ਲਾਈਕ ਏ ਡਾਕਟਰ ਦੀ ਐਡਵਾਈਸ, ਇਟਸ ਅ 1-to-1. ਯੂ ਕੈਨੋਟ ਗਿਵ ਅ ਜਨਰਲਾਈਜ਼ਡ ਐਡਵਾਈਸ, ਕਿਉਂਕਿ ਹਰ ਬੰਦੇ ਦੀ ਸ਼ਮੀਲ ਜੀ ਸਿਚੁਏਸ਼ਨ ਡਿਫਰੈਂਟ ਹੁੰਦੀ ਆ। ਮੰਨ ਲਓ ਤੁਸੀਂ ਹੈਗੇ ਆ, ਤੁਹਾਡੇ ਕੋਲ ਕ੍ਰੈਡਿਟ ਕਾਰਡ ਦੇ ਆਲਰੇਡੀ ਲੋਨ ਤੁਸੀਂ 18,000 ਦੇ ਚੜ੍ਹੇ ਹੋਏ ਆ, ਤੁਸੀਂ ਮੇਰੇ ਕੋਲ ਆਏ ਜੀ ਮੈਂ ਹੁਣ ਇਨਵੈਸਟਮੈਂਟ ਐਡਵਾਈਸ ਦਿਓ, ਮੈਂ $25 $50 ਇਨਵੈਸਟਮੈਂਟ ਕਰ ਸਕਦਾ। I'll say ਕਿ ਯਾਰ ਤੁਸੀਂ ਪਹਿਲਾਂ $50 ਆਪਣੇ ਉਹ ਕਰਜ਼ੇ ਤਾਰੋ, ਠੀਕ ਹੈ ਨਾ, ਕਿ ਤੁਸੀਂ 18% ਦੇ ਪੈਸੇ ਉੱਥੇ ਲਈਏ ਤੇ ਕਿੰਨਾ ਬਣਾਉਣਾ, 7-8% ਬਣਾ ਲਓਗੇ। ਸੋ ਦੈਨ ਯੂ ਨੋ ਲਾਈਕ, ਔਰ ਦੂਸਰਾ ਬੰਦਾ ਆਇਆ, ਉਹਦੇ ਕੋਲ ਕੋਈ ਹੈ ਕਰਜ਼ਾ ਨਹੀਂ ਹੈ, ਉਹ ਕਹੇਗਾ ਜੀ ਤੁਸੀਂ ਇਹਨੂੰ ਕਹਿਤਾ ਨਾ ਕਰ, ਮੈਨੂੰ ਕਹਿਣਾ ਕਰ, ਤੇ ਪੈਸੇ ਅਸੀਂ ਦੋਨੋਂ ਸੇਮ ਕਮਾਉਂਦੇ ਹਾਂ, ਸੇਮ ਕੰਪਨੀ 'ਚ ਕੰਮ ਕਰਦੇ ਹਾਂ, ਸੇਮ ਏਜ ਗਰੁੱਪ ਹੈ, ਪਰ ਹਰ ਬੰਦੇ ਦੀ ਸਰ ਫਾਈਨੈਂਸ਼ੀਅਲ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ। ਬਿਲਕੁਲ ਜੀ। ਸੋ ਹੁਣ ਮੇਰੇ ਕੋਲ ਕੁਛ ਹੋਰ ਵੀ ਆ ਰਹੇ ਸੀ ਸਵਾਲ, ਪਰ ਹੁਣ ਸਮਾਂ ਕਹਿ ਰਿਹਾ ਅਸੀਂ ਗੱਲਬਾਤ ਇੱਥੇ ਆਪਣੀ ਰੋਕੀਏ ਜੀ। ਤੁਸੀਂ ਆਪਣਾ ਨੰਬਰ ਸ਼ੇਅਰ ਕਰ ਦਿਓ ਜਾਣ ਤੋਂ ਪਹਿਲਾਂ। ਸ਼ਮੀਲ ਜੀ, ਕੋਈ ਵੀ ਐਨੀ ਫਾਈਨੈਂਸ਼ੀਅਲ ਐਡਵਾਈਸ, ਆਈ ਡੂ ਨਾਟ ਵਰਕ strict on a fee basis, and also non-obligatory. That means if you call me for any advice, I don't charge a fee, and my advice is also not binding on you. You may like it, you may not like it, and if you like it, then we can pursue the future action. Or my advice again has no fee, or total independent advice है कि यार if you want to take even a second opinion, even for your insurance, बहुत सारे लोग इंश्योरेंस फंसे हुए हैं, हाई प्रीमियम्स, ਈਵਨ ਬੱਚਿਆਂ ਦੀਆਂ ਪਾਲਿਸੀਆਂ ਵੱਡੀਆਂ ਵੇਚੀਆਂ ਹੋਈਆਂ, ਈਵਨ ਇਸ ਤਰ੍ਹਾਂ ਵੇਚੀ ਹੋਈ ਜੀ ਕਿ ਤੁਹਾਨੂੰ ਪਤਾ ਨਹੀਂ 65 ਸਾਲ ਤੇ $1 million ਮਿਲ ਜਾਣਾ ਔਰ ਇਹ ਮਿਲ ਜਾਣਾ, ਉਹ ਪਤਾ ਹੀ ਨਹੀਂ ਹੈ ਟੈਕਸ ਲਾਇਬਿਲਿਟੀ ਕਿੰਨੀ ਹੈ, ਉਹ ਇਹ ਨਹੀਂ ਪਤਾ ਕਿ ਕਿੰਨੀ ਉਹਨਾਂ ਦੇ ਅੰਦਰ ਜਿਹੜੀ ਹੈ ਕੰਪਾਊਂਡ ਇੰਟਰਸਟ ਰੇਟ ਹੈਗਾ ਆ, ਸਿੰਪਲ ਇੰਟਰਸਟ ਨਾਲ ਚਾਰਜ ਕੀਤੇ ਹੋਏ ਆ। ਸੋ ਇਸ ਤਰ੍ਹਾਂ ਦੀ ਕੋਈ ਤੁਸੀਂ ਐਡਵਾਈਸ ਲੈਣਾ ਚਾਹੁੰਦੇ ਹੋ, ਦੈਨ ਕਮ ਐਂਡ ਸੀ ਮੀ। ਮੇਰਾ ਫੋਨ ਨੰਬਰ ਹੈ ਜੀ 416-573-4798, ਪੰਜਾਬੀ 'ਚ 416-573-4798। ਥੈਂਕ ਯੂ ਸ਼ਮੀਲ ਜੀ। ਥੈਂਕ ਯੂ।